ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 9ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 9ਵੀਂ ਕਲਾਸ ਦਾ ਗਣਿਤ ਦਾ 11ਵਾਂ ਅਧਿਆਇ ਹੈ ਰਚਨਾਵਾਂ। ਇਸੇ ਅਧਿਆਇ ਦੇ ਉੱਤੇ ਬੇਸਡ ਅਸੀਂ ਲਾਸਟ ਲੈਕਚਰ ਦੇ ਵਿੱਚ ਮੁੱਢਲੀਆਂ ਰਚਨਾਵਾਂ ਦੇ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਅੱਜ ਦੇ ਇਸ ਲੈਸਨ ਦੇ ਵਿੱਚ ਅਸੀਂ ਅਭਿਆਸ 11.1 ਦੇ ਕੁਝ ਸਵਾਲ ਜਿਹੜੇ ਹੈ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ। ਸੋ ਵਿਦਿਆਰਥੀਓ, ਕਿਉਂਕਿ ਰਚਨਾਵਾਂ ਅਸੀਂ ਕਰਾਂਗੇ ਇਹਨਾਂ ਸਵਾਲਾਂ ਦੇ ਵਿੱਚ, ਸੋ ਰਚਨਾ ਕਰਨ ਦੇ ਲਈ ਤੁਹਾਡੇ ਕੋਲ ਜਿਓਮੈਟਰੀ ਬਾਕਸ, ਕਾਪੀ ਪੈਨ, ਪੈਨਸਿਲ ਵਗੈਰਾ ਸਾਰਾ ਸਮਾਨ ਜਿਹੜਾ ਹੋਣਾ ਬਹੁਤ ਜ਼ਰੂਰੀ ਹੈ, ਤਾਂ ਕਿ ਹਰ ਇੱਕ ਰਚਨਾ ਨੂੰ ਤੁਸੀਂ ਵੀ ਨਾਲ ਦੀ ਨਾਲ ਬਣਾ ਕੇ ਦੇਖ ਸਕੋ ਅਤੇ ਲੈਸਨ ਦਾ ਪੂਰਾ ਲਾਭ ਲੈ ਸਕੋ। ਠੀਕ ਹੈ, ਤਾਂ ਆਓ ਦੇਖਦੇ ਹਾਂ ਅੱਜ ਦਾ ਸਭ ਤੋਂ ਪਹਿਲਾ ਸਵਾਲ। ਸੋ ਪਹਿਲਾ ਸਵਾਲ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ। ਇੱਕ ਦਿੱਤੀ ਹੋਈ ਕਿਰਨ ਦੇ ਆਰੰਭਿਕ ਬਿੰਦੂ ਤੇ 90 ਡਿਗਰੀ ਦੇ ਕੋਣ ਦੀ ਰਚਨਾ ਕਰੋ ਅਤੇ ਕਾਰਨ ਸਹਿਤ ਰਚਨਾ ਦੀ ਪੁਸ਼ਟੀ ਕਰੋ। ਠੀਕ ਹੈ ਵਿਦਿਆਰਥੀਓ, ਤਾਂ ਇੱਕ ਕਿਰਨ ਅਸੀਂ ਪਹਿਲਾਂ ਸਭ ਤੋਂ ਖਿੱਚਾਂਗੇ ਤੇ ਕਿਰਨ ਦੇ ਆਰੰਭਿਕ ਬਿੰਦੂ ਤੇ ਇਨੀਸ਼ੀਅਲ ਪੁਆਇੰਟ ਦੇ ਉੱਤੇ 90 ਡਿਗਰੀ ਸਮਕੋਣ ਭਾਵ 90 ਡਿਗਰੀ ਦੇ ਕੋਣ ਦੀ ਰਚਨਾ ਕਰਾਂਗੇ ਤੇ ਉਸ ਤੋਂ ਬਾਅਦ ਉਸ ਕੋਣ ਦੇ 90 ਡਿਗਰੀ ਹੋਣ ਦੀ ਅਸੀਂ ਪੁਸ਼ਟੀ ਵੀ ਕਰਾਂਗੇ। ਠੀਕ ਹੈ, ਤਾਂ ਆਓ ਸਭ ਤੋਂ ਪਹਿਲਾਂ ਅਸੀਂ ਰਚਨਾ ਜਿਹੜੀ ਦੇਖਦੇ ਹਾਂ। ਰਚਨਾ ਨੂੰ ਦੇਖਣ ਤੋਂ ਬਾਅਦ ਜੋ ਅਸੀਂ ਰਚਨਾ ਦੇ ਵਿੱਚ ਕਰਾਂਗੇ ਉਹਦੇ ਇੱਕ ਇੱਕ ਸਟੈਪ ਜਿਹੜਾ ਹੈ ਉਹ ਬਾਅਦ ਦੇ ਵਿੱਚ ਆਪਾਂ ਰਚਨਾ ਦੇ ਪੱਗ ਲਿਖਾਂਗੇ। ਠੀਕ ਹੈ, ਤਾਂ ਆਓ ਦੇਖਦੇ ਹਾਂ ਰਚਨਾ। ਸਭ ਤੋਂ ਪਹਿਲਾਂ ਅਸੀਂ ਕਿਰਨ AB ਇੱਕ ਖਿੱਚਾਂਗੇ ਜਿਸ ਦੇ ਕਿ ਆਰੰਭਿਕ ਬਿੰਦੂ ਤੇ ਅਸੀਂ ਇੱਕ ਹੋਰ ਕਿਰਨ ਖਿੱਚਣੀ ਹੈ ਜਿਹੜੀ ਕਿ ਇਸ ਕਿਰਨ ਦੇ ਨਾਲ 90 ਡਿਗਰੀ ਦਾ ਕੋਣ ਬਣਾਏਗੀ। ਸਭ ਤੋਂ ਪਹਿਲਾਂ A ਨੂੰ ਕੇਂਦਰ ਮੰਨ ਕੇ ਅਸੀਂ ਇੱਥੇ ਇੱਕ ਚਾਪ ਹੈ ਉਹ ਲਗਾਵਾਂਗੇ। ਹੁਣ ਇੰਨੀ ਹੀ ਚਾਪ ਨੂੰ ਅਸੀਂ ਖੁੱਲੀ ਰੱਖ ਕੇ ਇਹ ਜਿਹੜਾ ਕਾਟ ਬਿੰਦੂ ਹੈ ਇੱਥੋਂ ਅਸੀਂ ਅੱਗੇ ਦੋ ਚਾਪਾਂ ਹੋਰ ਲਗਾਵਾਂਗੇ ਜੋ ਕਿ ਪਹਿਲੀ ਵਾਲੀ ਚਾਪ ਨੂੰ ਕੱਟਣਗੀਆਂ। ਠੀਕ ਹੈ, ਪਹਿਲਾਂ ਇਸ ਬਿੰਦੂ ਤੇ ਰੱਖ ਕੇ ਇੱਕ ਚਾਪ ਅਸੀਂ ਲਗਾਈ, ਫਿਰ ਇਹ ਜਿਹੜਾ ਕਾਟ ਬਿੰਦੂ ਸਾਡੇ ਕੋਲ ਨਵਾਂ ਬਣਿਆ ਇਸ ਤੋਂ ਅੱਗੇ ਫਿਰ ਅਸੀਂ ਇੱਕ ਹੋਰ ਚਾਪ ਲਗਾਈ। ਪ੍ਰਕਾਰ ਦਾ ਮੂੰਹ ਉਨਾ ਹੀ ਖੁੱਲ੍ਹਾ ਰੱਖਣਾ ਹੈ ਜਿੰਨਾ ਅਸੀਂ ਪਹਿਲਾਂ ਰੱਖਿਆ ਸੀ। ਠੀਕ ਹੈ, ਤਾਂ ਇਸ ਬਿੰਦੂ ਦਾ ਨਾਮ ਜਿਹੜਾ ਅਸੀਂ ਇੱਥੇ C ਰੱਖ ਦਿੰਦੇ ਹਾਂ ਔਰ ਇਸ ਬਿੰਦੂ ਦਾ ਨਾਮ D ਔਰ ਇਸ ਬਿੰਦੂ ਦਾ ਨਾਮ E ਰੱਖ ਦਿੰਦੇ ਹਾਂ। ਠੀਕ ਹੈ, ਤਾਂ 90 ਡਿਗਰੀ ਦਾ ਕੋਣ ਬਣਾਉਣ ਦੇ ਲਈ ਹੁਣ ਜਿਹੜਾ ਅਗਲਾ ਕੰਮ ਸਾਡਾ ਹੋਏਗਾ, ਬਿੰਦੂ D ਅਤੇ ਬਿੰਦੂ E ਤੋਂ ਨੂੰ ਕੇਂਦਰ ਮੰਨ ਕੇ ਇੱਕੋ ਜਿਹੇ ਅਰਧ ਵਿਆਸ ਦੀਆਂ ਦੋ ਚਾਪਾਂ ਅਸੀਂ ਲਗਾਵਾਂਗੇ ਜੋ ਕਿ ਇੱਥੇ ਉੱਪਰ ਆਪਸ ਦੇ ਵਿੱਚ ਇੱਕ ਦੂਜੇ ਨੂੰ ਕੱਟਣਗੀਆਂ। ਇਸੇ ਤਰ੍ਹਾਂ ਬਿੰਦੂ E ਤੋਂ ਮੰਨ ਲਓ ਕਿ ਇਹ ਦੋਨੋਂ ਚਾਪਾਂ ਜਿਹੜੀਆਂ ਅਸੀਂ D ਅਤੇ E ਬਿੰਦੂ ਨੂੰ ਕੇਂਦਰ ਮੰਨ ਕੇ ਲਗਾਈਆਂ ਨੇ ਇਹ ਆਪਸ ਦੇ ਵਿੱਚ ਬਿੰਦੂ F ਤੇ ਕੱਟਦੀਆਂ ਨੇ। ਹੁਣ ਅਸੀਂ A ਤੋਂ ਇੱਕ ਕਿਰਨ ਖਿੱਚਾਂਗੇ ਜਿਹੜੀ ਕਿ F ਦੇ ਵਿੱਚੋਂ ਲੰਘਦੀ ਹੋਈ ਅੱਗੇ ਜਾਏਗੀ। ਤਾਂ ਇਹ ਜਿਹੜੀ ਕਿਰਨ ਸਾਡੇ ਕੋਲ AF ਹੈ ਇਹ AB ਦੇ ਨਾਲ 90 ਡਿਗਰੀ ਦਾ ਕੋਣ ਬਣਾ ਰਹੀ ਹੈ। ਠੀਕ ਹੈ, ਤਾਂ ਹੁਣ ਬੱਚਿਓ ਅਸੀਂ ਇਸ ਰਚਨਾ ਦੇ ਜਿਹੜੇ ਪੱਗ ਨੇ ਸਾਰੇ ਉਹ ਲਿਖਾਂਗੇ। ਰਚਨਾ ਦੇ ਪੱਗ। ਠੀਕ ਹੈ, ਤਾਂ ਸਭ ਤੋਂ ਪਹਿਲਾ ਸਟੈਪ ਸਾਡੇ ਕੋਲ ਕੀ ਹੈ ਕਿ ਇੱਕ ਕਿਰਨ AB ਖਿੱਚੋ ਇੱਕ ਕਿਰਨ AB ਖਿੱਚੋ। ਉਸ ਤੋਂ ਬਾਅਦ ਬਿੰਦੂ A ਨੂੰ ਕੇਂਦਰ ਮੰਨ ਕੇ ਇੱਕ ਚਾਪ ਲਗਾਓ ਜੋ ਕਿ ਕਿਰਨ AB ਨੂੰ ਬਿੰਦੂ C ਤੇ ਕੱਟੇ। A ਨੂੰ ਕੇਂਦਰ ਮੰਨ ਕੇ ਇੱਕ ਚਾਪ ਲਗਾਓ ਜੋ ਕਿ ਕਿਰਨ AB ਨੂੰ ਬਿੰਦੂ C ਤੇ ਕੱਟੇ। ਠੀਕ ਹੈ ਵਿਦਿਆਰਥੀਓ,
ਇਸ ਤੋਂ ਬਾਅਦ ਅਗਲਾ ਸਟੈਪ ਅਸੀਂ ਕੀ ਕੀਤਾ ਸੀ ਕਿ C ਨੂੰ ਕੇਂਦਰ ਮੰਨ ਕੇ ਇੱਕ ਚਾਪ ਲਗਾਓ ਜੋ ਕਿ ਪਹਿਲਾਂ ਵਾਲੀ ਚਾਪ ਨੂੰ ਬਿੰਦੂ D ਤੇ ਕੱਟੇ। ਉਸ ਤੋਂ ਬਾਅਦ D ਨੂੰ ਕੇਂਦਰ ਮੰਨ ਕੇ ਅਸੀਂ ਇੱਕ ਹੋਰ ਚਾਪ ਲਗਾਵਾਂਗੇ ਜੋ ਪੱਗ 2 ਦੇ ਵਿੱਚ ਬਣਾਈ ਗਈ ਚਾਪ ਨੂੰ ਬਿੰਦੂ E ਤੇ ਕੱਟੇਗੀ। C ਨੂੰ ਕੇਂਦਰ ਮੰਨ ਕੇ ਉਨੇ ਹੀ ਅਰਧ ਵਿਆਸ ਦੀ ਚਾਪ ਲਗਾਓ ਜੋ ਕਿ ਪਹਿਲੀ ਚਾਪ ਨੂੰ ਬਿੰਦੂ D ਤੇ ਕੱਟੇ। D ਨੂੰ ਕੇਂਦਰ ਮੰਨ ਕੇ ਉਨੇ ਹੀ ਅਰਧ ਵਿਆਸ ਦੀ ਇੱਕ ਹੋਰ ਚਾਪ ਲਗਾਓ ਜੋ ਕਿ ਅੱਗੇ ਬਿੰਦੂ E ਉੱਤੇ ਕੱਟੇ। ਠੀਕ ਹੈ ਵਿਦਿਆਰਥੀਓ, ਇਸ ਦੂਸਰੀ ਲਾਈਨ ਨੂੰ D ਨੂੰ ਕੇਂਦਰ ਮੰਨ ਕੇ ਵਾਲੀ ਲਾਈਨ ਨੂੰ ਤੁਸੀਂ ਦੂਸਰਾ ਅਗਲਾ ਪੱਗ ਜਿਹੜਾ ਚੌਥਾ ਵੀ ਬਣਾ ਕੇ ਲਿਖ ਸਕਦੇ ਹੋ। ਠੀਕ ਹੈ, ਇਸ ਤੋਂ ਬਾਅਦ ਚੌਥੇ ਪੱਗ ਦੇ ਵਿੱਚ ਅਸੀਂ ਕੀ ਕੀਤਾ ਸੀਗਾ, ਜਦੋਂ ਇਹ ਦੋਨੋਂ ਕਾਟ ਬਿੰਦੂ ਸਾਡੇ ਕੋਲ ਆ ਗਏ ਤਾਂ E ਅਤੇ D ਨੂੰ ਕੇਂਦਰ ਮੰਨ ਕੇ ਅਸੀਂ ਦੋ ਚਾਪਾਂ ਲਗਾਈਆਂ ਜਿਹੜੀਆਂ ਕਿ ਆਪਸ ਵਿੱਚ ਬਿੰਦੂ F ਤੇ ਕੱਟੀਆਂ ਸਨ। ਠੀਕ ਹੈ, ਤਾਂ ਹੁਣ E ਅਤੇ D ਨੂੰ ਕੇਂਦਰ ਮੰਨ ਕੇ ਦੋ ਚਾਪਾਂ ਲਗਾਓ ਜੋ ਕਿ ਆਪਸ ਵਿੱਚ ਬਿੰਦੂ F ਤੇ ਕੱਟਣ। ਠੀਕ ਹੈ ਵਿਦਿਆਰਥੀਓ, ਇਸ ਚੀਜ਼ ਦਾ ਧਿਆਨ ਰੱਖਣਾ ਹੈ E ਅਤੇ D ਨੂੰ ਕੇਂਦਰ ਮੰਨ ਕੇ ਜਿਹੜੀਆਂ ਦੋ ਤੁਸੀਂ ਚਾਪਾਂ ਲਗਾਓਗੇ ਉਹ ਇੱਕੋ ਹੀ ਅਰਧ ਵਿਆਸ ਦੀਆਂ ਹੋਣੀਆਂ ਚਾਹੀਦੀਆਂ ਨੇ। ਠੀਕ ਹੈ, ਇਸ ਤੋਂ ਬਾਅਦ AF ਕਿਰਨ ਖਿੱਚੋ। ਪੰਜਵਾਂ ਪੱਗ ਕੀ ਹੈ, AF ਕਿਰਨ ਖਿੱਚੋ। ਠੀਕ ਹੈ, ਤਾਂ AF ਕਿਰਨ ਖਿੱਚਣ ਦੇ ਨਾਲ ਇਹ ਜਿਹੜਾ ਕੋਣ ਸਾਡੇ ਕੋਲ FAB ਬਣਿਆ ਹੈ ਇਹ ਹੀ ਲੋੜੀਂਦਾ ਕੋਣ 90 ਡਿਗਰੀ ਦੇ ਮਾਪ ਵਾਲਾ ਹੈ। ਠੀਕ ਹੈ, ਤਾਂ ਕੋਣ FAB ਬਰਾਬਰ 90 ਡਿਗਰੀ ਲੋੜੀਂਦਾ ਕੋਣ ਹੈ। ਸੋ ਪਿਆਰੇ ਵਿਦਿਆਰਥੀਓ, ਹੁਣ ਅਸੀਂ ਪੁਸ਼ਟੀ ਕਰਾਂਗੇ ਕਿ ਇਹ ਜਿਹੜਾ ਕੋਣ ਹੈ ਸਾਡੇ ਕੋਲ 90 ਡਿਗਰੀ ਦਾ ਕੋਣ ਹੈ। ਹਾਂਜੀ ਵਿਦਿਆਰਥੀਓ, ਤਾਂ ਇਸ ਕੋਣ ਦੇ ਵਿੱਚ ਅਸੀਂ AD ਕਿਰਨ ਖਿੱਚਾਂਗੇ। ਇਸੇ ਢੰਗ ਦੇ ਨਾਲ AE ਕਿਰਨ ਖਿੱਚਾਂਗੇ। ਠੀਕ ਹੈ, तो रचना के अनुसार कोण BAD ਤੇ DAE ਇਹ ਦੋਨੋਂ 60 ਡਿਗਰੀ ਦੇ ਮਾਪ ਵਾਲੇ ਹਨ। ਰਚਨਾ ਦੇ ਅਨੁਸਾਰ
कोण CAD बराबर है कोण DAE बराबर 60 डिग्री। AF ਇਹ ਕੋਣ DAE ਨੂੰ ਸਮਦੁਭਾਜ ਕਰਦੀ ਹੈ ਅਤੇ ਕਿਰਨ AF ਕੋਣ DAE ਨੂੰ ਸਮਦੁਭਾਜ ਕਰਦੀ ਹੈ। ਸਮਦੁਭਾਜ ਦਾ ਭਾਵ ਹੈ ਕਿ ਜਿਹੜੀ ਕਿਰਨ AF ਹੈ ਇਹ ਕੋਣ DAE ਨੂੰ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ। CAD ਕੋਣ ਇਹ ਸਾਡੇ ਕੋਲ 60 ਡਿਗਰੀ ਦਾ ਹੈ ਤੇ DAE ਵੀ ਸਾਡੇ ਕੋਲ 60 ਡਿਗਰੀ ਦਾ ਸੀ, ਪਰ AF ਕਿਰਨ ਨੇ ਇਹਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਤੇ ਇਹ ਸਾਡੇ ਕੋਲ ਦੋਨੋਂ ਕੋਣ ਜਿਹੜੇ ਆ ਉਹ 30 ਡਿਗਰੀ ਦੇ ਬਣ ਜਾਣਗੇ। ਠੀਕ ਹੈ, ਸੋ ਕੋਣ DAF ਇਹ ਸਾਡੇ ਕੋਲ ਬਰਾਬਰ ਹੋਏਗਾ ਕੋਣ DAE ਦਾ ਹਾਫ। ਇਹਨੂੰ 2 ਦੇ ਨਾਲ ਅਸੀਂ ਭਾਗ ਕਰ ਦਿਆਂਗੇ, ਇਹਦਾ ਅੱਧ ਕਰ ਦਿਆਂਗੇ। तो DAE कोण ਦਾ ਮਾਪ 60 डिग्री है, 60 डिग्री ਨੂੰ 2 ਨਾਲ ਭਾਗ ਕਰਾਂਗੇ ਸਾਡੇ ਕੋਲ 30 डिग्री ਆ ਜਾਏਗਾ। ठीक है, ਹੁਣ ਕੋਣ BAF ਜਾਂ FAB ਦਾ ਜੋ ਮਾਪ ਹੈ ਕੋਣ FAB ਬਰਾबर कोण DAF जमा कोण CAD या BAD। ठीक है, तो DAF कोण ਦਾ ਮਾਪ ਸਾਡੇ ਕੋਲ 30 डिग्री है ਤੇ ਕੋਣ CAD ਦਾ ਮਾਪ ਇਹ ਸਾਡੇ ਕੋਲ 60 डिग्री है ਤੇ ਦੋਨਾਂ ਦਾ ਜੋੜ ਸਾਡੇ ਕੋਲ 90 डिग्री ਬਣ ਜਾਂਦਾ ਹੈ। ਸੋ ਇਸ ਢੰਗ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਕੋਣ FAB ਜਾਂ BAF ਇਸ ਦਾ ਮਾਪ 90 डिग्री है। ठीक है, ਇਸ ਲਈ ਕੋਣ FAB बराबर 90 डिग्री। ठीक है, तो इस तरह 90 डिग्री ਦੇ ਕੋਣ ਦੀ ਅਸੀਂ ਰਚਨਾ ਪਹਿਲਾਂ ਕੀਤੀ ਤੇ ਫਿਰ ਉਸ ਰਚਨਾ ਦੀ ਪੁਸ਼ਟੀ ਵੀ ਅਸੀਂ ਕੀਤੀ ਕਿ ਬਣਾਇਆ ਗਿਆ ਕੋਣ 90 डिग्री ਦਾ ਕੋਣ ਹੈ। ठीक है विद्यार्थियों, तो इस तो बाद अगला सवाल देखते हैं। अगला सवाल साडे कोल है हेठां दिते माप दे कोणां दी रचना करो। ठीक है, तो कोण साडे कोल इत्थे है 22 से 1/2 डिग्री। तो 22 से 1/2 डिग्री दे कोण दी रचना असीं किवें कर सकदे हां? आओ सब तो पहलां असीं रचना देखदे हां, फिर रचना दे पग एक एक करके लिखांगे। विद्यार्थियों 22 से 1/2 डिग्री का कोण या कह लो कि 22.5 डिग्री का कोण बनाने के लिए असीं सब तो पहला 90 डिग्री का कोण बनावांगे, फिर 90 डिग्री के कोण का अध करके 45 ते 45 का अध करके 22.5 डिग्री का लोड़ींदा कोण है जिहड़ा वो सानूं प्राप्त होवेगा। ठीक है, तो सब तो पहला इत्थे असीं एक किरण जिहड़ी है AB लगावांगे। ये बिंदु E A ਤੇ ਇਹ ਬਿੰਦੂ ਸਾਡੇ ਕੋਲ B है। ठीक है, बिंदु A ਤੇ B, AB ਸਾਡੇ ਕੋਲ किरण है। तो AB किरण ਦੇ ਉੱਤੇ ਸਭ ਤੋਂ ਪਹਿਲਾਂ A ਦੇ ਉੱਤੇ ਅਸੀਂ 90 डिग्री ਦਾ ਕੋਣ ਬਣਾਵਾਂਗੇ, ਫਿਰ ਉਸ ਦਾ ਅੱਧ ਕਰਕੇ 45 ਤੇ ਫਿਰ ਉਸ ਦਾ ਅੱਧ ਕਰਕੇ 22.5 डिग्री ਦਾ ਕੋਣ ਜਿਹੜਾ ਸਾਨੂੰ ਪ੍ਰਾਪਤ ਹੋ ਜਾਏਗਾ। तो 90 डिग्री ਦਾ ਕੋਣ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਥੇ ਅਸੀਂ ਇੱਕ ਚਾਪ ਜਿਹੜੀ ਹੈ ਉਹ ਲਗਾਵਾਂਗੇ। मान लो ये चाप AB किरण नूं बिंदु C ते कटती है, तो फिर असी C नूं केंद्र मन के अगे जिहड़ी है चाप लगावांगे जो कि इस चाप नूं बिंदु D ते कटेगी। फिर इस बिंदु नूं केंद्र मन के अगे फिर असी एक चाप जिहड़ी ओह लगा देंगे। ये साडे कोल बिंदु D हो जाएगा, ये साडे कोल बिंदु E हो जाएगा। तो बिंदु D ਅਤੇ E ਨੂੰ ਕੇਂਦਰ ਮੰਨ ਕੇ ਅੱਗੇ ਫਿਰ ਅਸੀਂ ਦੋ ਚਾਪਾਂ ਜਿਹੜੀਆਂ ਉੱਪਰ ਲਗਾਵਾਂਗੇ ਜਿਹੜੀਆਂ ਆਪਸ ਦੇ ਵਿੱਚ ਬਿੰਦੂ F ਤੇ ਕੱਟਣਗੀਆਂ।
ਹੁਣ ਅਸੀਂ A ਤੇ F ਨੂੰ ਮਿਲਾ ਕੇ 90 ਡਿਗਰੀ ਦਾ ਕੋਣ ਜਿਹੜਾ ਇੱਥੇ ਬਣਾਵਾਂਗੇ। ठीक है विद्यार्थियों, तो हम ये जोड़ा बिंदु है इस बिंदु नूं असीं बिंदु G मान लैंदे हां। हुण असीं 90 डिग्री के कोण का अद्ध करना है। अद्ध करना जिवें असीं पहलां सीख चुके हैं कि बिंदु C तो असीं CG के अद्ध तो ज़्यादा प्रकार जिहड़ी खोल के इत्थे एक चाप लगावांगे। इसे ढंग दे नाल असीं चाप एक बिंदु G तो लगावांगे, जिहड़ी कि इस चाप नूं जिस बिंदु ते कटेगी उसका नाम असीं H रख देंगे। हुण A ते H नूं मिला देंगे। ठीक है विद्यार्थियों, तो हुण ये जिहड़ा कोण साडे कोल BAH बनिया है ये कोण 45 डिग्री का है। इस कोण का जो असीं अद्ध करांगे तो साडे कोल 22.5 डिग्री का 22 से 1/2 डिग्री का कोण जिहड़ा प्राप्त हो जाएगा। ठीक है, तो हुण असीं इस बिंदु तो अते C तो दो चापां लगावांगे जिहड़ियां आपस दे विच एक दूजे नूं कटणगियां। इस बिंदु का नाम असीं I रख लैंदे हां। हुण असीं A ते I नूं मिला देंगे। सो विद्यार्थियों, कोण BAI जां IAB जिहड़ा है ये साडे कोल 22 डिग्री 22 से 1/2 डिग्री 22.5 डिग्री का माप का होएगा। इसनूं असीं D की मदद दे नाल देख भी सकते हैं कि साडे कोल 22.5 डिग्री कोण BAI का जिहड़ा माप है वो 22.5 डिग्री बनता है। ठीक है विद्यार्थियों, हुण असीं ये सारे जो रचना की है ये सारी कंस्ट्रक्शन के जिहड़े स्टैप ने रचना के पग ने वो लिखांगे। रचना दे पग। सब तो पहला है कि एक किरण AB खिंचो। इस तो बाद हुण बिल्कुल सारा प्रोसैस सारी विधि जिवें असीं पिछली रचना दे विच करके आए हाँ कि एक चाप असीं A तो खिंचांगे, A नूं केंद्र मन के जो कि AB किरण नूं बिंदु C ते कटेगी। फिर C नूं केंद्र मन के असीं इस ते दो चापां जिहड़ियां कि इस चाप नूं D अते E बिंदु ते कटणगियां। फिर E अते D नूं केंद्र मन के दो चापां लगावांगे जो आपस विच बिंदु F ते कटणगियां ते AF किरण जदों खिंचांगे ते कोण FAB साडे कोल 90 डिग्री दे माप दा बन जाएगा। सो ये हुण असीं सारी विधि नूं करना जरूर है पर लिखण दे विच आपां नहीं लिखांगे। ठीक है, इत्थे असीं लिख देंगे जदों ते 90 डिग्री का कोण असीं बनाना होएगा फिर ते सानूं ये सारी विधि लिखनी पेगी। पर हुण असीं इत्थे लिख सकते हैं कि आरंभिक बिंदु A दे उत्ते 90 डिग्री का AB दे नाल 90 डिग्री का कोण बनाउंदी होई एक किरण AF खिंचो। आरंभिक बिंदु A उत्ते किरण AB नाल 90 डिग्री का कोण बनाउंदी एक किरण AF दी रचना करो। ठीक है विद्यार्थियों, तो सब तो पहला 90 डिग्री का कोण जिहड़ा असीं बनाना इहदे विच तो 90 डिग्री का हुण असीं अद्ध करांगे। 90 डिग्री का समदुभाजक खिंचांगे जिवें कि कोण का समदुभाजक किवें खिंचीदा है असीं पिछले लैक्चर दे विच देखिया सी।
तो 90 डिग्री का जो असीं समदुभाजक खिंचांगे तो साडे कोले 90 डिग्री का कोण दो भागां दे विच वंडिया जाएगा, 45 डिग्री ते 45 डिग्री। फिर 45 का फिर दुबारा असीं अध करांगे तो साडे कोल 22.5 डिग्री या 22 सही 1/2 डिग्री का कोण जिहड़ा सानूं प्राप्त हो जाएगा। ठीक है, कोण FAB का समदुभाजक खिंचो। समदुभाजक AH खिंचो। ठीक है विद्यार्थियों, तो इस तो बाद अगले स्टैप दे विच असीं की करना है कि कोण HAB का समदुभाजक AI खिंचो। ठीक है, इसकी समदुभाजक की रचना किवें असीं करनी है वो आपां पिछले लैक्चर दे विच बहुत चंगे ढंग दे नाल सीख चुके हैं। कोण HAB का समदुभाजक, समदुभाजक का भाव हुंदा है कि समान दो भागां दे विच वंडण वाला समदुभाजक AI खिंचो। ठीक है, तो कोण IAB ही साडे कोल लोड़ींदा कोण है जिसका माप 22 सही 1/2 डिग्री है। कोण IAB ही लोड़ींदा कोण है जिसका माप 22 सही 1/2 डिग्री है। ठीक है प्यारे विद्यार्थियों, इस तरह असी 22 से 1/2 डिग्री के कोण की रचना करनी है ते नाल रचना के पग लिखने ने। ठीक है, तो आओ देखते हैं इस तो बाद अगला सवाल। अगला सवाल तुसीं स्क्रीन के उत्ते देख सकते हो। निम्न कोण की रचना करो अते कोण मापक D द्वारा माप के पुष्टि करो। ठीक है, तो कोण असीं 105 डिग्री का बनाना है तो 105 डिग्री के कोण की रचना करन तो बाद कोण मापक के नाल भाव के D दे नाल इस कोण की असीं पुष्टि भी करनी है कि कोण जड़ा असीं जिसकी रचना की है उसका माप 105 डिग्री ही है। ठीक है, तो आओ सब तो पहला असीं रचना जिहड़ी है वो देखते हैं, फिर उस तो बाद रचना के पग लिखांगे। विद्यार्थियों, 105 डिग्री माप वाले कोण की रचना करने के लिए सब तो पहला असीं एक किरण जिहड़ी है वो खिंचांगे। किरण AB हुण असीं B बिंदु के उत्ते AB दे नाल 105 डिग्री का कोण बनाउंदी होई एक होर किरण की रचना करनी है। उस दे लई सब तो पहला असीं जिवें 90 डिग्री का कोण असीं बनाउने आ उसे ढंग दे नाल असीं इत्थे एक चाप लगावांगे। चाप जिहड़ी है असीं इत्थे लगावांगे। और इसी काट बिंदु तो इसी चाप का जिहड़ा साडे कोल AB दे नाल काट बिंदु बनता है पॉइंट ऑफ इंटरसैक्शन, इत्थों अगे असीं फिर दो चापां जिहड़ियां सेम उन्ने ही अर्ध व्यास दियां लगावांगे। मान लो कि ये बिंदु जिहड़ा साडे कोल C है, ये बिंदु साडे कोल D आ जाता है और इस बिंदु का नाम असीं E रख देंगे हैं। ठीक है, तो A E नूं असीं मिला देंगे। वैसे ये देखा जाए तो यह साडे कोल कोण जिहड़ा 120 डिग्री का बन जाता है। इस तो बाद 90 डिग्री का कोण बनाउंदी हुई एक होर असीं दाणेदार रेखा इत्थे खिंचनी है। उस तो पहला असीं बिंदु D अते E नूं केंद्र मन के इत्थे दो चापां जिहड़ियां लगावांगे जो आपस दे विच बिंदु F ते कट्टणगियां। इस बिंदु का नाम असीं F बिंदु रख देने हैं। हुण असीं A ते F नूं ज्वाइन करते हुए एक दाणेदार रेखा जिहड़ी इत्थे लगावांगे। विद्यार्थियों, ये जिहड़ा कोण है साडे कोल BAF ये साडे कोल 90 डिग्री का कोण है तो कोण BAE ये साडे कोल 120 डिग्री का कोण है। ठीक है,
तो ਇਹਦਾ मतलब ਇਹ ਜਿਹੜਾ ਕੋਣ ਹੈ ਵਿਚਕਾਰ ਵਾਲਾ ਇਹ ਸਾਡੇ ਕੋਲ 30 ਡਿਗਰੀ ਦਾ ਕੋਣ ਹੋਏਗਾ ਕੋਣ EAF। ਠੀਕ ਹੈ, तो ਇਸ ਕੋਣ ਦਾ ਅਸੀਂ ਹੁਣ ਅੱਧ ਕਰਾਂਗੇ। ਅੱਧ ਕਰਨ ਦੇ ਨਾਲ ਸਾਡੇ ਕੋਲ ਇਹ 30 ਡਿਗਰੀ ਦਾ ਕੋਣ ਹੈ ਜਿਹੜਾ ਉਹ 15 ਡਿਗਰੀ ਦੇ ਵਿੱਚ ਵੰਡਿਆ ਜਾਏਗਾ। तो 90 + 15 ਸਾਡੇ ਕੋਲ 105 ਡਿਗਰੀ ਦਾ ਕੋਣ ਜਿਹੜਾ ਇੱਥੇ ਬਣ ਜਾਏਗਾ। ਠੀਕ ਹੈ, ਉਹਦੇ ਲਈ ਅਸੀਂ ਇਸ ਬਿੰਦੂ ਤੋਂ ਇੱਥੇ ਇੱਕ ਜਿਹੜੀ ਚਾਪ ਲਗਾਵਾਂਗੇ। ਇਸੇ ਢੰਗ ਦੇ ਨਾਲ ਅਸੀਂ ਉਨੀ ਹੀ ਪ੍ਰਕਾਰ ਖੋਲ ਕੇ ਬਿੰਦੂ E ਤੋਂ E ਨੂੰ ਕੇਂਦਰ ਮੰਨ ਕੇ ਇੱਕ ਹੋਰ ਚਾਪ ਲਗਾਵਾਂਗੇ ਜਿਹੜੀ ਕਿ ਪਿਛਲੀ ਚਾਪ ਨੂੰ ਜਿਸ ਬਿੰਦੂ ਤੇ ਕੱਟੇਗੀ ਉਸ ਦਾ ਨਾਮ ਅਸੀਂ ਇਸ ਬਿੰਦੂ ਦਾ ਨਾਮ G ਰੱਖ ਲਓ ਔਰ ਇਸ ਬਿੰਦੂ ਦਾ ਨਾਮ ਅਸੀਂ H ਰੱਖ ਲੈਂਦੇ ਹਾਂ। ਠੀਕ ਹੈ, ਹੁਣ A ਅਤੇ H ਨੂੰ ਮਿਲਾ ਦਿਓ। ठीक है विद्यार्थियों, तो ये जोड़ा कोण साडे कोल HAB ਜਾਂ कह लो कि BAH बनया है, ये साडे कोल कोण इस कोण का जोड़ा माप है मेजर ऑफ दिस एंगल विल बी 105 डिग्री 105 डिग्री होएगा। इनू असी डी की मदद के नाल माप के भी देख सकते हैं। ठीक है, तो असी देख सकते हैं कि इसका माप जोड़ा है वो साडे कोल इथों शुरू होकर 100 और 110 के बिल्कुल विचकार बनता है। ठीक है, सो इस कोण का जोड़ा माप है साडे कोल कोण HAB का ये 105 डिग्री है। ठीक है विद्यार्थियों, ये कोण की रचना भी आपां कर ली है और इस कोण का जोड़ा माप है उसकी असी पुष्टि भी कर ली है। हुण असी रचना दे पग एक एक करके लिखांगे। रचना दे पग, सब तो पहला एक किरण ए बी खिंचो ਅਤੇ ਆਰੰਭਿਕ ਬਿੰਦੂ A ਉੱਤੇ 90 ਡਿਗਰੀ ਦਾ ਕੋਣ ਬਣਾਉਂਦੀ ਇੱਕ ਕਿਰਨ AF ਦੀ ਰਚਨਾ ਕਰੋ। किरण AB खिंचो ਅਤੇ ਆਰੰਭਿਕ ਬਿੰਦੂ B ਉੱਤੇ AB ਨਾਲ 90 डिग्री ਦਾ ਕੋਣ ਬਣਾਉਂਦੀ ਇੱਕ ਕਿਰਨ AF ਦੀ ਰਚਨਾ ਕਰੋ। ठीक है विद्यार्थियों, तो जिवें असी पहला भी देख आए हैं दोनों सवालों के विच असी सेम जिहड़ी रचना पहला 90 डिग्री के कोण की कीती है उसी ढंग दे नाल इहदे विच भी पहला 90 डिग्री के कोण की रचना की जाएगी। सारा उही प्रोसैस है, उही विधि है जिवें असी पहले सवाल दे विच कर चुके हैं। ठीक है, ए नूं केंद्र मन के एक चाप लगावांगे जो कि ए बी नूं बिंदु सी ते कटेगी। फिर सी तो असी एक चाप लगावांगे जो कि पहली चाप नूं बिंदु डी ते, फिर डी तो अगे चाप लगावांगे जो उसे ही पहली चाप नूं बिंदु ई ते कटेगी। उस तो बाद ई अते डी नूं केंद्र मन के दो आपां असी लगावांगे जिहड़ियां कि आपस विच बिंदु एफ ते कटणगीਆਂ। ठीक है, ਤੇ AF ਨੂੰ ਜੁਆਇਨ ਕਰ ਦਾਂਗੇ ਸਾਡੇ ਕੋਲ 90 ਡਿਗਰੀ ਦਾ ਕੋਣ ਜਿਹੜਾ ਉਹ ਬਣ ਜਾਂਦਾ ਹੈ। ਉਹ ਤੁਸੀਂ ਸਾਰਾ ਕੁਝ ਸਾਰਾ ਜਿਹੜਾ ਪ੍ਰੋਸੀਜਰ ਹੈ ਸਾਰੀ ਵਿਧੀ ਹੈ ਉਹ ਰਚਨਾ ਦੇ ਵਿੱਚ ਵੀ ਦੇਖ ਚੁੱਕੇ ਹੋ। ਸੋ ਇਸ ਤੋਂ ਬਾਅਦ ਅਗਲਾ ਜਿਹੜਾ ਸਟੈਪ ਹੈ ਸਾਡੇ ਕੋਲ ਉਹਦੇ ਵਿੱਚ ਕੀ ਹੈ ਕਿ ਜਿਹੜਾ ਇਹ E ਬਿੰਦੂ ਅਸੀਂ ਪਹਿਲਾਂ ਲਗਾ ਚੁੱਕੇ ਹਾਂ, A ਨੂੰ ਅਸੀਂ ਇਹਦੇ ਨਾਲ ਜੁਆਇਨ ਕਰਕੇ किरण AE खिंचांगे। ठीक है, किरण AE खिंचो। इस तो बाद अगला जिहड़ा स्टैप है साडे कोल कि असी कोण FAE या GAE या FAE असी इस कोण नूं कह सकते हैं। असी इस कोण का समदुभाजक AH खिंचांगे। ठीक है, ਉਹਦੇ ਲਈ ਅਸੀਂ G ਅਤੇ E ਦੋਨਾਂ ਨੂੰ ਕੇਂਦਰ ਮੰਨ ਕੇ ਦੋਨੋਂ ਬਿੰਦੂਆਂ ਨੂੰ ਕੇਂਦਰ ਮੰਨ ਕੇ ਦੋ ਚਾਪਾਂ ਲਗਾਵਾਂਗੇ ਜਿਹੜੀਆਂ ਕਿ ਆਪਸ ਵਿੱਚ ਬਿੰਦੂ H ਤੇ ਕੱਟਣਗੀਆਂ। ठीक है, तो ਅਸੀਂ ਇੱਥੇ ਸਿੰਪਲੀ ਲਿਖ ਸਕਦੇ ਹਾਂ ਕਿ ਕੋਣ GAE ਦਾ ਸਮਦੁਭਾਜਕ AH ਖਿੱਚੋ। ਕੋਣ GAE ਦਾ ਸਮਦੁਭਾਜਕ ਖਿੱਚੋ।
ਠੀਕ ਹੈ। ਤੇ ਕੋਣ HAB ਹੀ ਸਾਡੇ ਕੋਲ ਲੋੜੀਂਦਾ ਕੋਣ ਹੈ ਜਿਸ ਦਾ ਮਾਪ 105 ਡਿਗਰੀ ਹੈ। ਕੋਣ HAB ਹੀ ਲੋੜੀਂਦਾ ਕੋਣ ਹੈ ਜਿਸ ਦਾ ਮਾਪ 105 डिग्री है। ठीक है विद्यार्थियों, तो इस तरह ਅਸੀਂ 105 ਡਿਗਰੀ ਦੇ ਕੋਣ ਦੀ ਰਚਨਾ ਵੀ ਕਰ ਸਕਦੇ ਹਾਂ। ਸੋ ਵਿਦਿਆਰਥੀਓ, ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੇ ਲੈਸਨ ਦੇ ਵਿੱਚ ਜੋ ਵੀ ਰਚਨਾਵਾਂ ਅਸੀਂ ਕੀਤੀਆਂ ਨੇ ਉਹ ਸਾਰੀਆਂ ਰਚਨਾਵਾਂ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ, ਸਮਝਿਆ ਹੋਵੇਗਾ ਤੇ ਨੋਟ ਵੀ ਕੀਤਾ ਹੋਵੇਗਾ। ਆਉਣ ਵਾਲੇ ਹੋਰ ਲੈਸਨਾਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਲੈਸਨਾਂ ਦੇ ਵਿੱਚ ਹੋਰ ਰਚਨਾਵਾਂ ਵੀ ਸਿੱਖਾਂਗੇ। ਠੀਕ ਹੈ ਵਿਦਿਆਰਥੀਓ, तो ਅੱਜ ਦੇ ਲਈ ਇੰਨਾ ਹੀ। ਮਿਲਦੇ ਹਾਂ ਫਿਰ ਅਗਲੇ ਲੈਸਨ ਦੇ ਵਿੱਚ। ਉਦੋਂ ਤੱਕ ਸਤਿ ਸ਼੍ਰੀ ਅਕਾਲ।